ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਰੀ ਸਵਾਗਤ ਕਰਦੀ ਹਾਂ। ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਇਮੂਨਾਈਜੇਸ਼ਨ ਲੋੜਾਂ ਨੂੰ ਪੂਰਾ ਕਰਨ ਦੇ ਲਈ ਨਵੇਂ ਪੈਨ ਕੈਨੇਡੀਅਨ ਪਾਸਪੋਰਟ ਕਾਰਡ ਦੀ ਕਰ ਸਕਦੇ ਨੇ ਵਰਤੋਂ। ਸੂਬਿਆਂ ਤੇ ਪ੍ਰਦੇਸ਼ਾਂ ਰਾਹੀਂ ਜਾਰੀ ਕੀਤਾ ਜਾਏਗਾ ਕਾਰਡ। ਮਹਾਮਾਰੀ ਦੇ ਲਈ ਨਿਰਧਾਰਿਤ ਕੀਤੇ ਬੈਨੀਫਿਟ ਸਮੇਂ ਤੇ ਹੋਣਗੇ ਖਤਮ। ਪ੍ਰਭਾਵਿਤ ਸੈਕਟਰਾਂ ਦੇ ਵਿੱਚ ਲਾਗੂ ਹੋਣਗੇ ਬੈਨੀਫਿਟ। ਕੈਨੇਡੀਅਨ ਬੱਚੇ ਹੈਲਥ ਕੈਨੇਡਾ ਦੁਆਰਾ ਮਨਜ਼ੂਰ ਫਾਈਜ਼ਰ ਕੋਵਿਡ-19 ਵੈਕਸੀਨ ਦੀ ਲੈ ਸਕਣਗੇ ਪਹਿਲੀ ਖੁਰਾਕ। 5 ਤੋਂ 11 ਸਾਲ ਦੇ ਵਿਚਕਾਰ ਦੇ ਬੱਚਿਆਂ ਲਈ ਮਿਲੀ ਮਨਜ਼ੂਰੀ। ਖਬਰਾਂ ਵਿਸਥਾਰ ਦੇ ਨਾਲ। ਨਵੇਂ ਪੈਨ ਕੈਨੇਡੀਅਨ ਪਾਸਪੋਰਟ ਕਾਰਡ ਦੀ ਵਰਤੋਂ ਯਾਤਰਾ ਇਮੂਨਾਈਜੇਸ਼ਨ ਲੋੜਾਂ ਨੂੰ ਪੂਰਾ ਕਰਨ ਦੇ ਲਈ ਕੀਤੀ ਜਾ ਸਕਦੀ ਹੈ। ਟੀਕਿਆਂ ਦਾ ਸਬੂਤ ਦਿਖਾਉਣ ਦੇ ਲਈ ਇਹ ਕਾਰਡ ਸੂਬਿਆਂ ਤੇ ਪ੍ਰਦੇਸ਼ਾਂ ਰਾਹੀਂ ਜਾਰੀ ਕੀਤਾ ਜਾਏਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰੇਕ ਜਿਸ ਨੂੰ ਟੀਕਾਕਰਨ ਨਹੀਂ ਕੀਤਾ ਗਿਆ ਨੂੰ ਤੁਰੰਤ ਅਜਿਹਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਫੈਡਰਲ ਸਰਕਾਰ ਦਾ ਇਹ ਕਹਿਣਾ ਹੈ ਕਿ ਉਹ ਕੁਝ ਸਮੇਂ ਤੋਂ ਪ੍ਰਾਂਤਾਂ ਤੇ ਪ੍ਰਦੇਸ਼ਾਂ ਦੇ ਨਾਲ ਨੇੜਿਓਂ ਕੰਮ ਕਰ ਰਹੇ ਨੇ ਕਿ ਕਿਵੇਂ ਯਕੀਨੀ ਬਣਾਇਆ ਜਾਏ ਕਿ ਸਿਸਟਮ ਤੱਕ ਜਿੰਨਾ ਸੰਭਵ ਹੋ ਸਕੇ ਆਸਾਨੀ ਨਾਲ ਪਹੁੰਚ ਬਣਾਈ ਜਾ ਸਕੇ। ਕੌਮਾਂਤਰੀ ਘਰੇਲੂ ਯਾਤਰਾ ਲਈ ਕੈਨੇਡਾ ਦੇ ਕੋਵਿਡ-19 ਵੈਕਸੀਨ ਪਾਸਪੋਰਟ ਦਾ ਉਦਘਾਟਨ ਕੀਤਾ ਗਿਆ। ਕੈਨੇਡਾ ਦੇ ਘਰੇਲੂ ਤੇ ਕੌਮਾਂਤਰੀ ਯਾਤਰਾਵਾਂ ਲਈ ਟੀਕਾਕਰਨ ਪ੍ਰੋਗਰਾਮ ਦੇ ਨਵੇਂ ਸਬੂਤ ਦਾ ਪਰਦਾਫਾਸ਼ ਕੀਤਾ ਗਿਆ ਤੇ ਇਹ ਉਸ ਸਮਾਨ ਹੈ ਜੋ ਕੁਝ ਸੂਬੇ ਪਹਿਲਾਂ ਹੀ ਵਰਤ ਰਹੇ ਨੇ। ਨਵਾਂ ਪੈਨ ਕੈਨੇਡੀਅਨ ਵੈਕਸੀਨ ਪਾਸਪੋਰਟ ਸੂਬਿਆਂ ਤੇ ਪ੍ਰਦੇਸ਼ਾਂ ਰਾਹੀਂ ਜਾਰੀ ਕੀਤਾ ਜਾਏਗਾ ਕਿਉਂਕਿ ਉਹਨਾਂ ਦੇ ਕੋਲ ਟੀਕਾਕਰਨ ਰਿਕਾਰਡਾਂ ਤੱਕ ਪਹੁੰਚ ਹੈ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹ ਕੁਝ ਸਮੇਂ ਤੋਂ ਪ੍ਰਾਂਤਾਂ ਤੇ ਪ੍ਰਦੇਸ਼ਾਂ ਦੇ ਨਾਲ ਨੇੜਿਓਂ ਕੰਮ ਕਰ ਰਹੀ ਹੈ ਕਿ ਕਿਵੇਂ ਯਕੀਨੀ ਬਣਾਇਆ ਜਾਵੇ ਕਿ ਸਿਸਟਮ ਤੱਕ ਜਿੰਨਾ ਸੰਭਵ ਹੋ ਸਕੇ ਆਸਾਨੀ ਨਾਲ ਪਹੁੰਚ ਸਕੇ। ਕਾਰਡ ਯਾਤਰੀ ਦਾ ਨਾਮ, ਜਨਮ ਮਿਤੀ ਤੇ ਨਾਲ ਹੀ ਉਹਨਾਂ ਨੂੰ ਕਿਹੜੇ ਟੀਕੇ ਤੇ ਕਦੋਂ ਪ੍ਰਾਪਤ ਹੋਣਗੇ ਇਹ ਦਰਸਾਏਗਾ। ਇੱਕ QR ਕੋਡ ਦੀ ਵਰਤੋਂ ਕਰੇਗਾ ਜਿਸ ਨੂੰ 에ਅਰ ਆਪਰੇਟਰ ਜਾਂ ਬਾਰਡਰ ਏਜੰਟ ਸਕੈਨ ਕਰ ਸਕਦੇ ਨੇ। ਉੱਪਰਲੇ ਕੋਨੇ ਦੇ ਵਿੱਚ ਕੈਨੇਡਾ ਦਾ ਇੱਕ ਲੋਗੋ ਵੀ ਹੋਵੇਗਾ ਜਿਸ ਦੇ ਵਿੱਚ ਸਰਹੱਦੀ ਏਜੰਟਾਂ ਲਈ ਅਧਿਕਾਰਤ ਵਾਟਰਮਾਰਕ ਦੇਖਣ ਲਈ ਇੱਕ ਹੋਰ ਵਿਜ਼ੂਅਲ ਪਰਤ ਸ਼ਾਮਿਲ ਹੋਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਯਕੀਨੀ ਬਣਾਵੇਗਾ ਕਿ ਭਰੋਸੇਯੋਗ ਤੇ ਆਸਾਨੀ ਨਾਲ ਮਾਨਤਾ ਪ੍ਰਾਪਤ ਦਸਤਾਵੇਜ਼ ਹੈ। ਛੇੜਛਾੜ ਦਾ ਕੋਈ ਵੀ ਸਬੂਤ ਦਸਤਾਵੇਜ਼ ਨੂੰ ਅਯੋਗ ਬਣਾਉਂਦਾ ਹੈ। ਯਾਤਰੀ ਇਲੈਕਟ੍ਰੋਨਿਕ ਜਾਂ ਕਾਗਜ਼ੀ ਸੰਸਕਰਣ ਦੀ ਵਰਤੋਂ ਕਰ ਸਕਦੇ ਨੇ ਜਿਨ੍ਹਾਂ ਕੋਲ ਪ੍ਰਿੰਟਰ ਤੱਕ ਪਹੁੰਚ ਨਹੀਂ ਹੈ। ਉਹ ਕੈਨੇਡੀਅਨ ਸਰਕਾਰ ਨੂੰ ਉਹਨਾਂ ਦੇ ਕਾਰਡ ਦੀ ਕਾਪੀ ਉਹਨਾਂ ਨੂੰ ਡਾਕ ਰਾਹੀਂ ਭੇਜਣ ਲਈ ਅਰਜ਼ੀ ਦੇ ਸਕਦੇ ਨੇ। ਇਹ ਨਵੰਬਰ ਦੇ ਅੰਤ ਤੱਕ ਸ਼ੁਰੂ ਹੋ ਜਾਵੇਗਾ ਪਰ ਕੁਝ ਸੂਬੇ ਪਹਿਲਾਂ ਹੀ ਤਿਆਰ ਨੇ। ਇਹਨਾਂ ਵਿੱਚ ontario, quebec ਤੇ saskatchewan ਸ਼ਾਮਿਲ ਹੈ ਪਰ ਅਧਿਕਾਰੀਆਂ ਦੇ ਮੁਤਾਬਕ ਐਲਬਰਟਾ, BC ਤੇ ਮੈਨੀਟੋਬਾ ਦੇ ਵਿੱਚ ਰਹਿਣ ਵਾਲਿਆਂ ਨੂੰ ਥੋੜਾ ਹੋਰ ਇੰਤਜ਼ਾਰ ਕਰਨਾ ਪਵੇਗਾ। 30 ਅਕਤੂਬਰ ਤੋਂ ਕੈਨੇਡੀਅਨ ਹਵਾਈ ਅੱਡਿਆਂ ਤੋਂ ਰਵਾਨਾ ਹੋਣ ਵਾਲੇ ਤੇ ਕੈਨੇਡੀਅਨ ਰੇਲ ਗੱਡੀਆਂ ਤੇ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਇਹ ਸਾਬਿਤ ਕਰਨ ਦੀ ਲੋੜ ਹੋਵੇਗੀ ਕਿ ਉਹਨਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਗਿਆ ਹੈ। 12 ਸਾਲ ਤੋਂ ਘੱਟ ਉਮਰ ਦੇ ਲੋਕ ਜੋ ਵੈਕਸੀਨ ਲਈ ਯੋਗ ਨਹੀਂ ਹਨ ਨੂੰ ਛੋੜ ਦਿੱਤੀ ਜਾਵੇਗੀ ਪਰ ਬਾਲਗਾਂ ਲਈ ਬਹੁਤ ਘੱਟ ਅਪਵਾਦ ਹੋਣਗੇ। ਸੰਘੀ ਤੌਰ ਤੇ ਨਿਰੰਤਰਿਤ ਹਵਾਈ, ਰੇਲ ਤੇ ਸਮੁੰਦਰੀ ਆਵਾਜਾਈ ਖੇਤਰਾਂ ਦੇ ਕਰਮਚਾਰੀਆਂ ਲਈ ਇੱਕ ਹੁਕਮ ਉਸੇ ਦਿਨ ਲਾਗੂ ਹੁੰਦਾ ਹੈ। ਇਹ ਅੰਤਰੀਮ ਮਿਆਦ ਦੇ ਵਿੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਟੀਕਾਕਰਨ ਕਾਰਡ ਜਾਂ ਸੂਬਾਈ ਸਬੂਤ ਸਵੀਕਾਰ ਕੀਤਾ ਜਾਵੇਗਾ। 8 ਨਵੰਬਰ ਤੋਂ ਕੈਨੇਡੀਅਨ ਪੂਰੀ ਟੀਕਾਕਰਨ ਦੇ ਸਬੂਤ ਦੇ ਨਾਲ ਇੱਕ ਵਾਰ ਫਿਰ ਅਮਰੀਕਾ ਦੀ ਯਾਤਰਾ ਕਰ ਸਕਦੇ ਨੇ। US ਅਧਿਕਾਰੀਆਂ ਦਾ ਕਹਿਣਾ ਹੈ ਕਿ ਮਿਕਸ ਐਂਡ ਮੈਚ ਖੁਰਾਕਾਂ ਤੇ ਐਸਟਰਾਜ਼ੈਨੇਕਾ ਵਾਲੇ ਕੈਨੇਡੀਅਨਾਂ ਨੂੰ ਵੀ ਦਾਖਲੇ ਦੀ ਆਗਿਆ ਦਿੱਤੀ ਜਾਵੇਗੀ। ਹਾਲਾਂਕਿ ਟੀਕਾਕਰਨ ਦੇ ਨਵੇਂ ਸਬੂਤ ਦੇ ਨਾਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਯਾਤਰੀਆਂ ਲਈ ਇਹ ਸਮਝਣਾ ਮਹੱਤਵਪੂਰਨ ਹੈ ਕਿ ਇਹ ਉਹਨਾਂ ਦੇ ਦੂਜੇ ਦੇਸ਼ ਵਿੱਚ ਦਾਖਲੇ ਦੀ ਗਾਰੰਟੀ ਨਹੀਂ ਦਿੰਦਾ ਹੈ। ਯਾਤਰੀਆਂ ਨੂੰ ਆਪਣੀ ਖੋਜ ਕਰਨੀ ਚਾਹੀਦੀ ਹੈ ਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਜਹਾਜ਼ ਵਿੱਚ ਸਵਾਰ ਹੋਣ ਜਾਂ ਸਰਹੱਦ ਪਾਰ ਕਰਨ ਤੋਂ ਪਹਿਲਾਂ ਆਪਣੀ ਮੰਜ਼ਿਲ ਦੀਆਂ ਲੋੜਾਂ ਨੂੰ ਪੂਰਾ ਕਰਦੇ ਨੇ। ਇਸ ਦੇ ਨਾਲ ਹੀ ਜਦੋਂ 에ਅਰਲਾਈਨ ਦੇ ਕਰਮਚਾਰੀ ਬੋਰਡਿੰਗ ਪਾਸ ਤੇ ਨਾਮ ਤੇ ਗੇਟ ਨੰਬਰ ਦੀ ਜਾਂਚ ਕਰਦੇ ਨੇ ਤਾਂ ਉੱਥੇ ਇੱਕ ਹਰਾ ਚੈੱਕ ਮਾਰਕ ਜਾਂ ਜੋ ਵੀ ਇਹ ਹੋਏਗਾ ਉਹਨਾਂ ਨੂੰ ਦੱਸੇਗਾ ਕਿ ਟੀਕਾਕਰਨ ਦੀਆਂ ਜ਼ਰੂਰਤਾਂ ਪੂਰੀਆਂ ਹੋ ਗਈਆਂ ਨੇ। ਸਰਕਾਰ ਦੀ ਵੈਬਸਾਈਟ ਦੇ ਮੁਤਾਬਕ ਯਾਤਰਾ ਕਰ ਰਹੇ ਕੈਨੇਡੀਅਨਾਂ ਨੂੰ ਆਪਣੇ ਟੀਕਾਕਰਨ ਸਰਟੀਫਿਕੇਟ ਦੇ ਸਬੂਤ ਦੇ ਨਾਲ ID ਵੀ ਦਿਖਾਉਣੀ ਪਵੇਗੀ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਕੈਨੇਡਾ ਦੇ ਫਾਈਨਾਂਸ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਨੇ ਇਹ ਦੱਸਿਆ ਕਿ ਮਹਾਮਾਰੀ ਦੌਰਾਨ ਵਪਾਰਾਂ ਤੇ ਕੈਨੇਡਾ ਦੇ ਲੋਕਾਂ ਦੀ ਮਦਦ ਕਰਨ ਦੇ ਲਈ ਬਣਾਏ ਪ੍ਰੋਗਰਾਮ ਨਿਰਧਾਰਤ ਸਮੇਂ ਦੇ ਮੁਤਾਬਕ ਸ਼ਨੀਵਾਰ ਨੂੰ ਖਤਮ ਹੋ ਜਾਣਗੇ। ਇਹਨਾਂ ਦੀ ਥਾਂ ਤੇ ਅਜਿਹੇ ਬੈਨੀਫਿਟ ਦਿੱਤੇ ਜਾਣਗੇ ਜੋ ਹਾਲੇ ਵੀ ਪ੍ਰਭਾਵਿਤ ਸੈਕਟਰਾਂ ਤੇ ਕੇਂਦਰਿਤ ਹੋਣਗੇ। ਫਰੀਲੈਂਡ ਦਾ ਕਹਿਣਾ ਸੀ ਕਿ ਹੁਣ ਦਿੱਤੀ ਜਾਣ ਵਾਲੀ ਮਦਦ ਜ਼ਿਆਦਾ ਕੇਂਦਰੀ ਤੇ ਘੱਟ ਮਹਿੰਗੀ ਹੋਣੀ ਚਾਹੀਦੀ ਹੈ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ 24 ਅਕਤੂਬਰ ਤੋਂ ਅਗਲੇ ਸਾਲ 7 ਮਈ ਤੱਕ ਦਿੱਤੇ ਜਾਣ ਵਾਲੇ ਇਹਨਾਂ ਬੈਨੀਫਿਟਸ ਦੇ ਉੱਤੇ 7.4 ਬਿਲੀਅਨ ਡਾਲਰ ਦਾ ਖਰਚ ਆਏਗਾ। ਉਹਨਾਂ ਨੇ ਦੱਸਿਆ ਕਿ ਇਹ ਖਰਚ ਮਹਾਮਾਰੀ ਦੀ ਸ਼ੁਰੂਆਤ ਤੋਂ ਹੁਣ ਤੱਕ ਜਿਹੜਾ ਉਹ ਵਪਾਰਾਂ ਤੇ ਲੋਕਾਂ ਨੂੰ ਦਿੱਤੀ ਜਾ ਚੁੱਕੀ 299 ਬਿਲੀਅਨ ਦੀ ਮਾਲੀ ਮਦਦ ਦੇ ਮੁਕਾਬਲੇ ਕਿਤੇ ਘੱਟ ਹੋਵੇਗਾ।
ਕੈਨੇਡਾ ਦੀ ਵੇਜ ਸਬਸਿਡੀ ਪ੍ਰੋਗਰਾਮ ਦੀ ਮਿਆਦ ਸ਼ਨੀਵਾਰ ਨੂੰ ਖਤਮ ਹੋਣ ਵਾਲੀ ਹੈ, ਪਰ ਘਬਰਾਓ ਨਾ, ਜ਼ਰੂਰਤਮੰਦ ਸੈਕਟਰਾਂ ਦੇ ਵਿੱਚ ਕੋਵਿਡ-19 ਸਹਾਇਤਾ ਵਿੱਚ $7.4 ਬਿਲੀਅਨ ਦਾ ਐਲਾਨ ਕੀਤਾ ਗਿਆ ਹੈ। ਫੈਡਰਲ ਸਰਕਾਰ ਮੁਸ਼ਕਿਲ ਨਾਲ ਪ੍ਰਭਾਵਿਤ ਕਾਰੋਬਾਰਾਂ ਤੇ ਕਾਮਿਆਂ ਦੇ ਲਈ ਨਵੇਂ ਕੋਵਿਡ-19 ਸਹਾਇਤਾ ਨੂੰ ਬਣਾਉਣ ਦੇ ਲਈ $7.4 ਬਿਲੀਅਨ ਖਰਚ ਕਰ ਰਹੀ ਹੈ, ਜੋ ਸਪ੍ਰਿੰਗ ਸੀਜ਼ਨ ਦੇ ਵਿੱਚ ਹਿੱਸਾ ਲੈਣਗੇ। ਉਪ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਵੀਰਵਾਰ ਨੂੰ ਕਿਹਾ ਕਿ 23 ਅਕਤੂਬਰ ਤੱਕ ਵਿਆਪਕ ਕੈਨੇਡਾ ਐਮਰਜੈਂਸੀ ਵੇਜ ਸਬਸਿਡੀ CEWS ਤੇ ਕੈਨੇਡਾ ਐਮਰਜੈਂਸੀ ਰੈਂਟ ਸਬਸਿਡੀ CERS ਨੂੰ ਬਦਲਣ ਲਈ ਨਵੇਂ ਉਪਾਅ ਕੀਤੇ ਜਾਣਗੇ, ਜੋ ਸ਼ਨੀਵਾਰ ਨੂੰ ਖਤਮ ਹੋ ਜਾਣਗੇ। ਸਰਕਾਰ ਨੇ ਕਿਹਾ ਹੈ ਕਿ ਉਸਨੇ ਰੋਜ਼ਗਾਰਦਾਤਾਵਾਂ ਨੂੰ ਮਜ਼ਦੂਰਾਂ ਨੂੰ ਮੁੜ ਹਾਇਰ ਕਰਨ ਤੇ ਤਨਖਾਹ ਸਬਸਿਡੀ ਰਾਹੀਂ ਛਾਂਟੀ ਤੋਂ ਬਚਣ ਦੇ ਵਿੱਚ ਮਦਦ ਕਰਨ ਲਈ ਅੱਜ ਤੱਕ $95 ਬਿਲੀਅਨ ਤੋਂ ਵੱਧ ਦਾ ਭੁਗਤਾਨ ਕੀਤਾ ਹੈ। ਸਰਕਾਰ ਨੇ ਵੀ ਕਿਹਾ ਕਿ ਕਿਰਾਇਆ ਸਬਸਿਡੀ ਤੇ ਲਾਕਡਾਊਨ ਸਪੋਰਟ ਨੇ 2,10,600 ਤੋਂ ਵੱਧ ਸੰਸਥਾਵਾਂ ਨੂੰ ਕਿਰਾਏ, ਮਾਰਗੇਜ ਤੇ ਹੋਰ ਖਰਚਿਆਂ ਦੇ ਲਈ $6.8 ਬਿਲੀਅਨ ਤੋਂ ਵੱਧ ਦੀ ਮਦਦ ਕੀਤੀ ਹੈ। ਫਰੀਲੈਂਡ ਨੇ ਕਿਹਾ ਕਿ ਨਵਾਂ ਟੂਰਿਜ਼ਮ ਐਂਡ ਹਸਪਿਟੈਲਿਟੀ ਰਿਕਵਰੀ ਪ੍ਰੋਗਰਾਮ ਤੇ ਹਾਰਡੈਸਟ ਹਿੱਟ ਬਿਜ਼ਨਸ ਰਿਕਵਰੀ ਪ੍ਰੋਗਰਾਮ ਐਤਵਾਰ ਤੋਂ ਲਾਗੂ ਹੋਵੇਗਾ। ਉਹਨਾਂ ਕਿਹਾ ਕਿ ਸਾਡੇ ਸਮਰਥਨ ਨੂੰ ਵਧੇਰੇ ਟਾਰਗੇਟਡ ਤੇ ਘੱਟ ਮਹਿੰਗਾ ਹੋਣ ਦੀ ਲੋੜ ਹੈ ਤੇ ਸਾਨੂੰ ਉਸ ਦਿਨ ਦੀ ਉਡੀਕ ਕਰਨ ਦੀ ਲੋੜ ਹੈ ਜੋ ਹੁਣ ਬਹੁਤੇ ਦੂਰ ਨਹੀਂ, ਜਦੋਂ ਅਸੀਂ ਇਸ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਨਜ਼ਦੀਕ ਹੋਵਾਂਗੇ। ਸਰਕਾਰ ਨੇ ਕਿਹਾ ਹੈ ਕਿ ਸੈਰ ਸਪਾਟਾ ਤੇ ਹਸਪਿਟੈਲਿਟੀ ਰਿਕਵਰੀ ਪ੍ਰੋਗਰਾਮ ਹੋਟਲਾਂ, ਟੂਰ ਆਪਰੇਟਰਾਂ, ਟਰੈਵਲ ਏਜੰਸੀਆਂ ਤੇ ਰੈਸਟੋਰੈਂਟਾਂ ਦੇ ਲਈ 75% ਤੱਕ ਦੀ ਸਬਸਿਡੀ ਦਰ ਨਾਲ ਮਜ਼ਦੂਰੀ ਤੇ ਕਿਰਾਏ ਦੇ ਸਬਸਿਡੀ ਪ੍ਰੋਗਰਾਮਾਂ ਰਾਹੀਂ ਮਦਦ ਪ੍ਰਦਾਨ ਕਰੇਗਾ। ਹਾਰਡੈਸਟ ਹਿੱਟ ਐਂਡ ਬਿਜ਼ਨਸ ਰਿਕਵਰੀ ਪ੍ਰੋਗਰਾਮ 50% ਤੱਕ ਦੀ ਸਬਸਿਡੀ ਦਰ ਦੇ ਨਾਲ ਡੂੰਘੇ ਨੁਕਸਾਨ ਦਾ ਸਾਹਮਣਾ ਕਰ ਰਹੇ ਹੋਰ ਕਾਰੋਬਾਰਾਂ ਲਈ ਮਜ਼ਦੂਰੀ ਤੇ ਕਿਰਾਏ ਸਬਸਿਡੀ ਪ੍ਰੋਗਰਾਮਾਂ ਦੁਆਰਾ ਸਹਾਇਤਾ ਪ੍ਰਦਾਨ ਕਰੇਗਾ। ਫਰੀਲੈਂਡ ਨੇ ਕਿਹਾ ਹੈ ਉਹਨਾਂ ਦੋ ਪ੍ਰੋਗਰਾਮਾਂ ਲਈ ਦੋ ਕੀ ਸਿਸਟਮ ਹੋਣਗੇ। ਪਹਿਲਾਂ ਸਰਕਾਰ ਇਸ ਗੱਲ ਤੇ ਵਿਚਾਰ ਕਰੇਗੀ ਕਿ ਕੀ ਕਿਸੇ ਰੋਜ਼ਗਾਰਦਾਤਾਵਾਂ ਨੂੰ ਮਹਾਮਾਰੀ ਦੌਰਾਨ 12 ਮਹੀਨਿਆਂ ਦੇ ਦੌਰਾਨ ਮਹੱਤਵਪੂਰਨ ਮਾਲੀਆ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਦੂਜੀ ਕੁੰਜੀ ਅਰਜ਼ੀ ਦੇ ਮੌਜੂਦਾ ਮਹੀਨੇ ਵਿੱਚ ਮਾਲੀਆ ਨੁਕਸਾਨ ਹੈ। ਕਾਨਫਰੰਸ ਤੋਂ ਬਾਅਦ ਜਾਰੀ ਕੀਤੇ ਗਏ ਦਸਤਾਵੇਜ਼ਾਂ ਵਿੱਚ ਸਰਕਾਰ ਨੇ ਕਿਹਾ ਹੈ ਕਿ ਇਹ ਮੌਜੂਦਾ ਪ੍ਰੋਗਰਾਮ 20 ਨਵੰਬਰ ਤੱਕ ਚੱਲਣਗੇ ਤੇ ਇਹ ਇਹਨਾਂ ਪ੍ਰੋਗਰਾਮਾਂ ਨੂੰ 7 ਮਈ 2022 ਤੱਕ ਵਧਾਉਣ ਲਈ ਕਾਨੂੰਨ ਦਾ ਪ੍ਰਸਤਾਵ ਕਰੇਗੀ। ਇਹ 2 ਜੁਲਾਈ ਤੱਕ ਪ੍ਰੋਗਰਾਮਾਂ ਦੇ ਵਿੱਚ ਹੋਰ ਸੋਧਾਂ ਕਰਨ ਲਈ ਅਥਾਰਟੀ ਵੀ ਮੰਗੇਗਾ। ਸਰਕਾਰ ਨੇ ਕਾਰੋਬਾਰਾਂ ਦੀ ਮਦਦ ਲਈ ਇੱਕ ਲਾਕਡਾਊਨ ਸਹਾਇਤਾ ਦੀ ਪਹਿਲਕਦਮੀ ਦਾ ਵੀ ਐਲਾਨ ਕੀਤਾ ਹੈ, ਜੋ ਦੇਸ਼ ਭਰ ਦੇ ਵਿੱਚ ਹੋਰ ਬੰਦ ਹੋਣ ਦੇ ਅਧੀਨ ਨੇ। ਉਹਨਾਂ ਕਾਰੋਬਾਰਾਂ ਦੇ ਲਈ ਜੋ ਲਾਕਡਾਊਨ ਦਾ ਸਾਹਮਣਾ ਕਰਦੇ ਨੇ, ਫੈਡਰਲ ਸਰਕਾਰ ਬੰਦ ਹੋਣ ਦੀ ਮਿਆਦ ਲਈ ਵੱਧ ਤੋਂ ਵੱਧ ਰਕਮ ਤੱਕ ਤਨਖਾਹ ਤੇ ਕਿਰਾਏ ਦੀ ਸਬਸਿਡੀ ਉਪਲਬਧ ਕਰਵਾਏਗੀ। ਇਹਨਾਂ ਪ੍ਰੋਗਰਾਮਾਂ ਲਈ ਪ੍ਰਸਤਾਵਿਤ ਸਬਸਿਡੀ ਦਰਾਂ 13 ਮਾਰਚ ਤੱਕ ਉਪਲਬਧ ਰਹਿਣਗੀਆਂ ਤੇ ਫਿਰ ਵੀ 7 ਮਈ ਨੂੰ ਸਮਾਪਤ ਹੋਣ ਤੱਕ ਘਟ ਜਾਣਗੀਆਂ। ਇਸ ਤੋਂ ਇਲਾਵਾ ਸਰਕਾਰ ਉਹਨਾਂ ਕਾਮਿਆਂ ਨੂੰ $300 ਪ੍ਰਤੀ ਹਫ਼ਤੇ ਪ੍ਰਦਾਨ ਕਰਨ ਦੇ ਲਈ ਕੈਨੇਡਾ ਵਰਕਰ ਲਾਕਡਾਊਨ ਬੈਨੀਫਿਟ ਬਣਾਉਣ ਦੇ ਲਈ ਨਿਯਮ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ, ਜੋ ਲਾਕਡਾਊਨ ਦੇ ਅਧੀਨ ਨੇ, ਜਿਨ੍ਹਾਂ ਵਿੱਚ ਰੋਜ਼ਗਾਰ ਬੀਮੇ ਲਈ ਆਯੋਗ ਨੇ। ਪ੍ਰੋਗਰਾਮ 7 ਮਈ ਤੱਕ ਉਪਲਬਧ ਰਹੇਗਾ। ਐਤਵਾਰ ਤੋਂ ਸ਼ੁਰੂ ਹੋਣ ਵਾਲੀਆਂ ਰੈਟਰੋਐਕਟਿਵ ਐਪਲੀਕੇਸ਼ਨਾਂ ਦੇ ਨਾਲ ਫਰੀਲੈਂਡ ਨੇ ਇਹ ਵੀ ਕਿਹਾ ਕਿ ਸਰਕਾਰ ਕੈਨੇਡਾ ਰਿਕਵਰੀ ਸਿਕਨੈਸ ਬੈਨੀਫਿਟ ਤੇ ਕੈਨੇਡਾ ਰਿਕਵਰੀ ਕੇਅਰ ਗਿਵਿੰਗ ਬੈਨੀਫਿਟ ਨੂੰ 7 ਮਈ ਤੱਕ ਵਧਾ ਰਹੀ ਹੈ ਤੇ ਹਰੇਕ ਲਾਭ ਦੀ ਵੱਧ ਤੋਂ ਵੱਧ ਮਿਆਦ ਨੂੰ 2 ਹੋਰ ਹਫ਼ਤਿਆਂ ਤੱਕ ਵਧਾਏਗੀ। ਅੰਤ ਵਿੱਚ ਸਰਕਾਰ ਕੈਨੇਡਾ ਰਿਕਵਰੀ ਹਾਇਰਿੰਗ ਪ੍ਰੋਗਰਾਮ ਨੂੰ 20 ਨਵੰਬਰ ਤੱਕ ਵਧਾ ਰਹੀ ਹੈ ਤੇ ਸਬਸਿਡੀ ਦਰ ਨੂੰ 50% ਤੱਕ ਵਧਾਏਗੀ। ਸਰਕਾਰ ਕਾਨੂੰਨ ਰਾਹੀਂ ਪ੍ਰੋਗਰਾਮਾਂ ਨੂੰ 7 ਮਈ ਤੱਕ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਜੁਲਾਈ 2 ਤੱਕ ਪ੍ਰੋਗਰਾਮਾਂ ਵਿੱਚ ਹੋਰ ਸੋਧਾਂ ਕਰਨ ਲਈ ਅਥਾਰਟੀ ਵੀ ਮੰਗੇਗਾ। ਫਰੀਲੈਂਡ ਨੇ ਕਿਹਾ ਕਿ ਸਾਡਾ ਅੰਤਕ ਉਦੇਸ਼ ਨੌਕਰੀਆਂ ਦੀ ਰੱਖਿਆ ਤੇ ਸਿਰਜਣਾ ਦੇ ਆਰਥਿਕ ਵਿਕਾਸ ਨੂੰ ਚਲਾਉਣਾ ਹੈ। ਇਹ ਹਰ ਕਿਸੇ ਲਈ ਸਭ ਤੋਂ ਮਜ਼ਬੂਤ ਸੰਭਵ ਰਿਕਵਰੀ ਨੂੰ ਯਕੀਨੀ ਬਣਾਉਣਾ ਹੈ। ਨਿਊਜ਼ ਚੈਸਟੋ ਚੈਨਲ ਪੰਜਾਬੀ ਦੀ ਰਿਪੋਰਟ। ਅੱਗੇ ਦੇਖਦੇ ਹਾਂ ਅਹਿਮ ਮੁੱਦੇ ਦੇ ਉੱਤੇ ਆਧਾਰਿਤ ਗੱਲ ਅੱਜ ਦੀ। ਦੋਸਤੋ, ਅੱਜ ਦੀ ਗੱਲ ਕੈਨੇਡਾ ਵਿੱਚ ਸ਼ੁਰੂ ਹੋਏ ਵੈਕਸੀਨ ਪਾਸਪੋਰਟ ਬਾਰੇ। ਵੈਕਸੀਨ ਪਾਸਪੋਰਟ ਕੀ ਆ? ਵੈਕਸੀਨ ਪਾਸਪੋਰਟ ਪ੍ਰੂਫ ਆਫ ਵੈਕਸੀਨੇਸ਼ਨ ਆ ਕਿ ਤੁਹਾਡੇ ਵੈਕਸੀਨ ਦੀਆਂ 2 ਡੋਜ਼ਸ ਲੱਗ ਚੁੱਕੀਆਂ। ਇਹ ਜ਼ਰੂਰੀ ਹੋ ਗਿਆ ਜੇਕਰ ਤੁਸੀਂ ਕੈਨੇਡਾ ਦੇ ਕਿਸੇ ਏਅਰਪੋਰਟ ਤੋਂ ਦੂਜੇ ਏਅਰਪੋਰਟ 'ਤੇ ਜਾਣਾ ਚਾਹੁੰਦੇ ਹੋ, ਜਹਾਜ਼ ਦੇ ਵਿੱਚ ਚੜ੍ਹਨਾ ਚਾਹੁੰਦੇ ਹੋ, ਤੁਹਾਡੇ ਕੋਲ ਵੈਕਸੀਨ ਪਾਸਪੋਰਟ ਹੋਣਾ ਜ਼ਰੂਰੀ ਆ। ਵੈਕਸੀਨ ਪਾਸਪੋਰਟ ਵੱਖ-ਵੱਖ ਪ੍ਰੋਵਿੰਸਿਸ ਨੇ ਆਪਣੇ ਪੱਧਰ ਦੇ ਉੱਤੇ ਵੀ ਲਾਗੂ ਕੀਤਾ ਸੀ। ਪਹਿਲਾਂ ਵੀ ਇਹ ਪਿਛਲੇ ਸਮੇਂ ਦੇ ਵਿੱਚ ਲਾਗੂ ਹੋਇਆ ਸੀ। ਉਸ ਵੇਲੇ ਤੁਸੀਂ ਆਪਣੀ ਆਈਡੀ ਤੇ ਆਈਡੀ ਦੇ ਨਾਲ ਪ੍ਰੂਫ ਆਫ ਵੈਕਸੀਨੇਸ਼ਨ ਦਿਖਾ ਕੇ ਜਾ ਸਕਦੇ ਸੀ। ਪਰ ਹੁਣ ਕੈਨੇਡਾ ਦੀ ਫੈਡਰਲ ਸਰਕਾਰ ਨੇ ਇੱਕ ਪੂਰੇ ਦੇਸ਼ ਦੇ ਵਿੱਚ ਇੱਕ ਪਾਸਪੋਰਟ ਲਾਗੂ ਕਰ ਦਿੱਤਾ ਕਿ ਆਹ ਡਾਕੂਮੈਂਟ ਜੇ ਤੁਹਾਡੇ ਕੋਲ ਹੋਊਗਾ ਤਾਂ ਤੁਸੀਂ ਜਹਾਜ਼ ਦੇ ਵਿੱਚ ਇੱਧਰ ਉੱਧਰ ਜਾ ਸਕਦੇ ਆ। ਇਹਦੇ ਵਿੱਚ ਉਸ ਵਿਅਕਤੀ ਦਾ ਨਾਂ ਹੋਊਗਾ, ਡੇਟ ਆਫ ਬਰਥ ਹੋਊਗੀ, ਕੋਵਿਡ-19 ਵੈਕਸੀਨ ਦੀ ਹਿਸਟਰੀ ਹੋਊਗੀ, ਜਿਹਦੇ ਵਿੱਚ ਡੋਜ਼ਸ ਹੋਣਗੀਆਂ ਕਿ ਕਦੋਂ ਉਹਦੇ ਦੋਵੇਂ ਡੋਜ਼ਸ ਲੱਗੀਆਂ।
ਇਸ ਵੇਲੇ ਕੈਨੇਡਾ ਦੇ ਵਿੱਚ 73% ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ਜ਼ ਲੱਗ ਚੁੱਕੀਆਂ ਹੈ। ਦੁਨੀਆ ਦਾ ਡਾਟਾ ਇਸ ਵੇਲੇ ਦੱਸ ਰਿਹਾ ਹੈ ਕਿ ਕੈਨੇਡਾ ਬਹੁਤ ਮੋਹਰੀ ਦੇਸ਼ਾਂ ਦੇ ਵਿੱਚੋਂ ਇੱਕ ਹੈ ਜਿੱਥੇ ਵੈਕਸੀਨੇਸ਼ਨ ਕਾਫੀ ਜ਼ਿਆਦਾ ਹੋਈ ਹੈ। ਇਸ ਵੇਲੇ ਜਿਹੜੇ ਕੈਨੇਡੀਅਨਸ ਨੇ ਉਹ ਪਲੇਨ ਦੇ ਵਿੱਚ, ਜਹਾਜ਼ ਦੇ ਵਿੱਚ, ਚਾਹੇ ਉਹ ਫੋਰਨ ਆ ਤੇ ਚਾਹੇ ਉਹ ਡੋਮੈਸਟਿਕ ਆ, ਉਹਦੇ ਵਿੱਚ ਪ੍ਰੂਫ ਆਫ ਵੈਕਸੀਨੇਸ਼ਨ ਸਰਟੀਫਿਕੇਟ ਯਾਨੀ ਕਿ ਵੈਕਸੀਨ ਪਾਸਪੋਰਟ ਤੋਂ ਬਿਨਾਂ 30 ਨਵੰਬਰ ਤੋਂ ਬਾਅਦ ਨਹੀਂ ਜਾ ਸਕਦੇ। ਕੁਛ ਨਿਊਜ਼ਪੇਪਰਸ ਨੇ ਅੱਜ ਇਹ ਗੱਲਬਾਤ ਜਿਹੜੀ ਸਾਂਝੀ ਕੀਤੀ ਆ। ਇਸ ਵੇਲੇ ਜਿਹੜੇ ਕੈਨੇਡੀਅਨਸ ਨੇ ਉਹ ਟਰੈਵਲ ਕਰ ਸਕਦੇ ਨੇ ਆਪਣੀ ਫੋਟੋ ਆਈਡੀ ਦਿਖਾ ਕੇ ਤੇ ਵੈਕਸੀਨ ਸਰਟੀਫਿਕੇਟ ਜਿਹੜਾ ਕਿ ਪ੍ਰੋਵਿੰਸ ਨੇ ਇਸ਼ੂ ਕੀਤਾ ਉਹਦੇ ਨਾਲ। ਉਹਦੇ ਵਿੱਚ ਕੋਈ ਵੀ QR ਕੋਡ ਨਹੀਂ ਹੁੰਦਾ। ਜਿਹੜਾ ਨਵਾਂ ਵੈਕਸੀਨ ਪਾਸਪੋਰਟ ਆ ਇਹਦੇ ਵਿੱਚ QR ਕੋਡ ਹੋਊਗਾ ਤੇ ਕੈਨੇਡਾ ਦਾ ਨਵਾਂ ਪ੍ਰੂਫ ਆਫ ਵੈਕਸੀਨੇਸ਼ਨ ਪ੍ਰੋਗਰਾਮ ਸਾਰੇ ਡੋਮੈਸਟਿਕ ਤੇ ਇੰਟਰਨੈਸ਼ਨਲ ਟਰੈਵਲ ਦੇ ਲਈ ਜ਼ਰੂਰੀ ਹੋਊਗਾ। ਲਗਭਗ ਇਹ ਉਹਦੇ ਨਾਲ ਮਿਲਦਾ ਜੁਲਦਾ ਹੀ ਹੋਣਾ ਜਿਹੜੇ ਵੱਖਰੇ ਵੱਖਰੇ ਪ੍ਰੋਵਿੰਸ ਪਹਿਲਾਂ ਯੂਜ਼ ਕਰ ਰਹੇ ਆ। ਸੋ ਇਹ ਜਿਹੜੇ ਵੈਕਸੀਨ ਪਾਸਪੋਰਟ ਇਸ਼ੂ ਕੀਤੇ ਜਾਣੇ ਆ ਇਹ ਵੀ ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਤੇ ਟੈਰੀਟਰੀਜ਼ ਦੇ ਥਰੂ ਇਸ਼ੂ ਕੀਤੇ ਜਾਣੇ ਆ। ਇਹਦੇ ਵਿੱਚ ਫੈਡਰਲ ਗਵਰਨਮੈਂਟ ਇਸ ਵੇਲੇ ਇਹਨਾਂ ਦੇ ਨਾਲ ਬਹੁਤ ਨੇੜੇ ਤੋਂ ਪ੍ਰੋਵਿੰਸਸ ਤੇ ਟੈਰੀਟਰੀਜ਼ ਦੇ ਨਾਲ ਨੇੜੇ ਤੋਂ ਕੰਮ ਕਰ ਰਹੀ ਆ ਤੇ ਇਹਦੇ ਉੱਤੇ ਇਹ ਸਾਰਾ ਜਿਹੜਾ ਇਨਫੋਰਮੇਸ਼ਨ ਆ ਉਸ ਵਿਅਕਤੀ ਦੀ ਇਸ ਕਾਰਡ ਦੇ ਉੱਤੇ ਹੋਣੀ ਆ ਤੇ ਬਾਰਡਰ ਏਜੰਟਸ ਜਿਹੜੇ ਹੈਗੇ ਆ ਉਹ ਇਹਦੇ ਉੱਤੇ ਵਾਟਰਮਾਰਕ ਵੀ ਦੇਖਣਗੇ। ਇਹਦੇ ਉੱਤੇ ਕੈਨੇਡਾ ਦਾ ਲੋਗੋ ਵੀ ਹੋਊਗਾ। ਸੋ ਦੱਸਿਆ ਜਾ ਰਿਹਾ ਕਿ ਇਹਨੂੰ ਜਲਦੀ ਇਹਦਾ ਨਕਲੀ ਰੂਪ ਤਿਆਰ ਨਹੀਂ ਕੀਤਾ ਜਾ ਸਕਦਾ ਤੇ ਬਹੁਤ ਦੂਰੋਂ ਪਛਾਣਿਆ ਜਾਊਗਾ। ਇਹਦੀ ਜੇਕਰ ਕੋਈ ਵੀ ਵਿਅਕਤੀ ਇਹਨੂੰ ਟੈਂਪਰ ਕਰਨ ਦੀ ਕੋਸ਼ਿਸ਼ ਕਰਦਾ ਆ ਤਾਂ ਉਹ ਬਹੁਤ ਜਲਦੀ ਫੜਿਆ ਜਾ ਸਕਦਾ ਹੈ। ਇਹ ਤੁਸੀਂ ਇਹਨੂੰ ਆਪਣੇ ਇਲੈਕਟ੍ਰੋਨਿਕਲੀ ਵੀ ਆਪਣੇ ਕੋਲ ਰੱਖ ਸਕਦੇ ਹੋ, ਭਾਵ ਫੋਨ ਦੇ ਵਿੱਚ ਵੀ ਤੁਹਾਡੇ ਹੋ ਸਕਦਾ। ਇਹਦੀ ਤੁਸੀਂ ਕਾਪੀ ਵੀ ਰੱਖ ਸਕਦੇ ਹੋ। ਜੇ ਕਿਸੇ ਕੋਲ ਪ੍ਰਿੰਟਰ ਨਹੀਂ ਆ ਤੇ ਉਹ ਆਪਣੀ ਰਿਕੁਐਸਟ ਵੀ ਭੇਜ ਸਕਦਾ ਤੇ ਕੈਨੇਡਾ ਸਰਕਾਰ ਤੁਹਾਨੂੰ ਮੇਲ ਦੇ ਵਿੱਚ ਵੀ ਤੁਹਾਡਾ ਪ੍ਰੂਫ ਆਫ ਵੈਕਸੀਨੇਸ਼ਨ ਭਾਵ ਸਰਟੀਫਿਕੇਟ ਜਿਹੜਾ ਹੈ ਤੁਹਾਡੇ ਕੋਲ ਭੇਜ ਸਕਦੇ ਆ। ਵੱਖ-ਵੱਖ ਪ੍ਰੋਵਿੰਸਸ ਦੀ ਇਸ ਵੇਲੇ ਵੱਖ-ਵੱਖ ਹਾਲਤ ਆ ਇਸ ਮਾਮਲੇ ਨੂੰ ਲੈ ਕੇ। ਸੋ ਐਂਡ ਆਫ ਨਵੰਬਰ ਦੇ ਵਿੱਚ 30 ਨਵੰਬਰ ਨੂੰ ਜਦੋਂ ਇਹ ਲਾਗੂ ਹੋ ਜਾਣਾ ਹੈ, ਕੁਝ ਪ੍ਰੋਵਿੰਸਸ ਇਸ ਵੇਲੇ ਪਹਿਲਾਂ ਹੀ ਤਿਆਰ ਨੇ ਇਸ ਕੰਮ ਦੇ ਲਈ, ਜਿਵੇਂ ਓਨਟਾਰੀਓ, ਕੁਬੈਕ ਤੇ ਸਸਕਾਚਵੇਨ ਆ। ਪਰ ਦੂਜੇ ਪਾਸੇ ਅਲਬਰਟਾ, BC ਤੇ ਮੈਨੀਟੋਬਾ ਨੂੰ ਹਜੇ ਉਡੀਕ ਕਰਨੀ ਪੈਣੀ ਹੈ। ਅਫੀਸ਼ੀਅਲ ਦੱਸ ਰਹੇ ਆ ਕਿ ਅਜੇ ਇਸ ਕੰਮ ਦੇ ਲਈ ਤਿਆਰ ਨਹੀਂ ਹੈ। ਅਕਤੂਬਰ 30 ਤੋਂ ਬਾਅਦ ਜਿਹੜੇ ਟਰੈਵਲਰ ਵੀ ਕੈਨੇਡਾ ਏਅਰਪੋਰਟਸ ਤੋਂ ਡਿਪਾਰਟ ਕਰ ਰਹੇ ਆ ਜਾਂ ਕੈਨੇਡੀਅਨ ਟ੍ਰੇਨਸ ਦੇ ਵਿੱਚ ਟਰੈਵਲ ਕਰ ਰਹੇ ਆ ਉਹਨਾਂ ਦਾ ਵੈਕਸੀਨੇਟਡ ਹੋਣਾ ਬਹੁਤ ਜ਼ਰੂਰੀ ਹੈ। 12 ਸਾਲ ਤੋਂ ਛੋਟੇ ਬੱਚਿਆਂ ਨੂੰ ਐਗਜ਼ੈਂਪਟ ਕੀਤਾ ਗਿਆ, ਉਹਨਾਂ ਨੂੰ ਛੋਟ ਦਿੱਤੀ ਗਈ ਆ। ਤੇ ਇੱਥੇ ਤੁਹਾਨੂੰ ਇਹ ਵੀ ਯਾਦ ਕਰਾਉਣਾ ਠੀਕ ਹੋਏਗਾ ਕਿ ਜਿਹੜਾ ਫੈਡਰਲੀ ਰੈਗੂਲੇਟਡ ਏਅਰ, ਰੇਲ ਤੇ ਮੈਰੀਨ ਟਰਾਂਸਪੋਰਟੇਸ਼ਨ ਸੈਕਟਰ ਦੇ ਵਿੱਚ EMPLOYEES ਨੇ, ਇਹਨਾਂ ਨੂੰ ਵੀ ਉਸੇ ਦਿਨ ਤੋਂ ਵੈਕਸੀਨੇਸ਼ਨ ਇਹਨਾਂ ਦੀ ਕਰਾਉਣੀ ਵੀ ਬਹੁਤ ਜ਼ਰੂਰੀ ਹੈ, ਤਾਂ ਹੀ ਇਹ ਆਪਣੀ ਜੌਬ ਦੇ ਉੱਤੇ ਆ ਸਕਦੇ ਆ। ਸੋ ਇਹਦੇ ਨਾਲ ਹੀ ਜਿਹੜੀ ਆ ਇਹ ਸਾਰੇ ਕੁਛ ਦੇ ਵਿੱਚ ਇੰਟਰਮ ਪੀਰੀਅਡ ਦੇ ਵਿੱਚ ਅਫੀਸ਼ੀਅਲਸ ਕਹਿ ਰਹੇ ਆ ਕਿ ਵੈਕਸੀਨੇਸ਼ਨ ਪ੍ਰੂਫ ਆਫ ਇਮਿਊਨੇਸ਼ਨ ਕਾਰਡ ਐਕਸੈਪਟ ਕੀਤਾ ਜਾਊਗਾ। 8 ਨਵੰਬਰ ਤੋਂ ਕੈਨੇਡੀਅਨ ਜਿਹੜੇ ਵੀ US ਨੂੰ ਟਰੈਵਲ ਕਰਨਾ ਚਾਹੁੰਦੇ ਆ ਉਹ ਆਪਣੇ ਫੁੱਲ ਵੈਕਸੀਨੇਸ਼ਨ ਪ੍ਰੂਫ ਦੇ ਨਾਲ US ਦੇ ਵਿੱਚ ਜਾ ਸਕਣਗੇ। ਤੇ ਜਿਹੜੀ ਬਹੁਤ ਇੱਕ ਡਾਊਟਫੁਲ ਗੱਲ ਸੀਗੀ ਕਿ ਕੀ ਮਿਕਸ ਐਂਡ ਮੈਚ ਤੇ ਐਸਟਰਾਜ਼ੈਨੇਕਾ ਵਾਲਿਆਂ ਨੂੰ ਉਹ ਅਲਾਉ ਕਰਦੇ ਆ, ਉਹਨਾਂ ਨੇ ਕਹਿ ਦਿੱਤਾ ਕਿ ਐਸਟਰਾਜ਼ੈਨੇਕਾ ਜਿਹਨਾਂ ਦੇ ਵੈਕਸੀਨ ਲੱਗੀ ਹੈ ਜਾਂ ਜਿਹਨਾਂ ਦੇ 2 ਵੱਖਰੀਆਂ ਵੈਕਸੀਨ ਲੱਗੀਆਂ ਉਹਨਾਂ ਨੂੰ ਵੀ ਉਹਨਾਂ ਨੇ ਅਲਾਉ ਕਰ ਦਿੱਤਾ। ਸੋ ਇਸ ਵੇਲੇ ਇੱਕ ਇਹਦਾ ਮਤਲਬ ਇਹ ਸਰਕਾਰ ਇਹ ਵੀ ਕਹਿ ਰਹੀ ਹੈ, ਕੈਨੇਡਾ ਸਰਕਾਰ, ਕਿ ਜੇ ਤੁਹਾਡੇ ਕੋਲ ਇਹ ਕੈਨੇਡੀਅਨ ਵੈਕਸੀਨੇਸ਼ਨ ਪਾਸਪੋਰਟ ਹੈਗਾ ਆ ਤੇ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਤੁਸੀਂ ਕਿਸੇ ਵੀ ਦੇਸ਼ ਦੇ ਵਿੱਚ ਜਾ ਸਕਦੇ ਹੋ। ਤੁਹਾਨੂੰ ਉੱਥੋਂ ਦੀ ਰਿਸਰਚ ਕਰਨੀ ਪਊਗੀ ਇਨਸ਼ੋਰ ਕਰਨ ਦੇ ਲਈ ਕਿ ਤੁਸੀਂ ਜਿੱਥੇ ਡੈਸਟੀਨੇਸ਼ਨ ਦੇ ਉੱਤੇ ਜਾਣਾ ਆ ਕੀ ਉਹਨਾਂ ਦੀਆਂ ਰਿਕੁਆਇਰਮੈਂਟਸ ਨੂੰ ਪੂਰਾ ਕਰਦੇ ਹੋ। ਬਹੁਤ ਲੰਬਾ ਸਮਾਂ ਵੈਕਸੀਨ ਪਾਸਪੋਰਟ ਕੰਟਰੋਵਰਸੀ ਦੇ ਵਿੱਚ ਰਿਹਾ, ਇਹਦਾ ਵਿਰੋਧ ਵੀ ਹੁੰਦਾ ਰਿਹਾ, ਪਰ ਆਖਿਰਕਾਰ ਕੈਨੇਡਾ ਨੇ ਇੱਕ ਫੈਡਰਲੀ ਪੂਰੇ ਕੈਨੇਡਾ ਦੇ ਵਿੱਚ ਇੱਕ ਕਿਸਮ ਦਾ ਇੱਕ ਵੈਕਸੀਨ ਪਾਸਪੋਰਟ ਲਾਗੂ ਕਰ ਦਿੱਤਾ ਆ ਜਿਹੜਾ 30 ਨਵੰਬਰ ਤੋਂ ਸਾਰੇ ਪ੍ਰੋਵਿੰਸਸ ਤੇ ਸਾਰੇ ਟੈਰੀਟਰੀਜ਼ ਦੇ ਵਿੱਚ ਲਾਗੂ ਹੋ ਜਾਏ। ਦੇਖਦੇ ਹਾਂ ਕਿ ਐਡਮਿੰਟਨ ਦੇ ਵਿੱਚ ਕੀ ਚੱਲ ਰਹੀਆਂ ਨੇ ਤਾਜ਼ਾ ਸਰਗਰਮੀਆਂ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਕੱਲ ਐਡਮਿੰਟਨ ਸ਼ਹਿਰ ਵਿੱਚ ਵੋਟਾਂ ਪਈਆਂ ਨੇ। ਮਿਊਨਿਸਪਲ ਇਲੈਕਸ਼ਨ ਸੀਗੀ ਜਿਹਦੇ ਵਿੱਚ ਮੇਅਰ ਦੀ ਚੋਣ ਹੋਣੀ ਸੀ ਤੇ ਕਾਉਂਸਲਰ ਦੀ ਚੋਣ ਹੋਣੀ ਸੀਗੀ ਔਰ ਨਾਲ ਦੀ ਨਾਲ ਸਕੂਲ ਬੋਰਡ ਦੇ ਟਰਸਟੀਜ਼ ਦੀ ਚੋਣ ਵੀ ਸੀਗੀ ਔਰ ਉਹਦੇ ਨਾਲ 1-2 ਸਵਾਲ ਵੀ ਸੀਗੇ ਰੈਫਰੈਂਡਮ ਵਾਲੇ। ਔਰ ਸਾਡੀ ਜਿਹੜੀ ਸੂਬੇ ਦੀ ਸਰਕਾਰ ਆ ਪ੍ਰੀਮੀਅਰ ਕੈਨੀ ਹੋਰਾਂ ਨੇ ਸੈਨੇਟ ਬਾਰੇ ਵੀ ਲੋਕਾਂ ਤੋਂ ਸਵਾਲ ਪੁੱਛੇ ਹੋਏ ਸੀ ਜਾਂ ਸੈਨੇਟ ਬਾਰੇ ਉਹਨਾਂ ਨੇ ਆਪਣੇ ਜਿਹੜੇ ਨੋਮੀਨੀ ਆ ਉਹਨਾਂ ਦੇ ਨਾਂ ਦਿੱਤੇ ਸੀ ਵੀ ਉਹਨਾਂ ਦੇ ਤੁਸੀਂ ਟਿਕ ਮਾਰਕ ਕਰ ਦੇਣੀ 3 ਬੰਦਿਆਂ ਤੇ। ਚਲੋ ਖੈਰ ਜੀ, ਉਹਨਾਂ ਦਾ ਤਾਂ ਹਜੇ ਰਿਜ਼ਲਟਸ ਦਾ ਨਹੀਂ ਪਤਾ, ਪਰ ਇੱਕ ਜਿਹੜੀ ਗੱਲ ਬੜੀ ਪ੍ਰਤੱਖ ਸਾਹਮਣੇ ਆਈ ਉਹ ਇਹ ਆ ਕਿ ਐਡਮਿੰਟਨ ਸ਼ਹਿਰ ਵਿੱਚ ਸਾਬਕਾ ਕਾਉਂਸਲਰ
ਤੇ ਸਾਬਕਾ ਮੰਤਰੀ ਜਿਹੜੇ ਫੈਡਰਲ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਨੇ ਅਮਰਜੀਤ ਸੋਹੀ, ਉਹ ਕੱਲ ਮੇਅਰ ਦੀ ਸੀਟ ਜਿਹੜੀ ਜੀ ਇੱਥੇ ਵਿਨ ਕਰ ਗਏ ਨੇ। ਉਹਨਾਂ ਨੂੰ ਜਿਹੜੀਆਂ ਟੋਟਲ ਵੋਟਾਂ ਪਈਆਂ ਨੇ 1,05,497 ਜਿਹੜੀਆਂ ਜੀ ਕੋਈ 45.9% ਵੋਟਾਂ ਲੈ ਕੇ ਉਹ ਜੇਤੂ ਰਹੇ ਨੇ। ਔਰ ਉਹਨਾਂ ਦੇ ਜਿਹੜੇ ਨਿਕਟ ਵਿਰੋਧੀ ਸੀਗੇ ਮਾਈਕ ਨਿਕਲ ਹੋਰੀ, ਉਹਨਾਂ ਨੂੰ 59,199 ਵੋਟਾਂ ਪਈਆਂ, 25.3%। ਔਰ ਜਿਹੜੇ ਤੀਸਰੇ ਨੰਬਰ ਤੇ ਕਿਮ ਕ੍ਰੋਸ਼ਲ, ਉਹਨਾਂ ਨੂੰ 40,337 ਵੋਟਾਂ ਪਈਆਂ ਨੇ ਤੇ 17.24% ਜਿਹੜੀ ਆ ਉਹਨਾਂ ਦੀ ਵੋਟ ਸ਼ੇਅਰ ਬਣਦਾ ਆ। ਸੋ ਉਸ ਗੱਲ ਲਈ ਅਮਰਜੀਤ ਸੋਹੀ ਹੋਰਾਂ ਨੇ ਕਾਫੀ ਮਿਹਨਤ ਕੀਤੀ ਉਹਨਾਂ ਨੇ, ਔਰ ਨਾਲ ਦੀ ਨਾਲ ਉਹਨਾਂ ਦੇ ਜਿਹੜੇ ਸਪੋਰਟਰ ਸੀ ਜੀ ਕਾਫੀ ਮਿਹਨਤ ਕਰਨੀ ਪਈ, ਕਿਉਂਕਿ ਬੜੀ ਜਿਹੜੇ ਪੋਲ ਨੰਬਰ ਸੀਗੇ ਜਾਂ ਅੰਦਰੂਨੀ ਗੱਲਬਾਤ ਹੁੰਦੀ ਆ ਉਹ ਇਹੀ ਦੱਸਦੇ ਸੀਗੇ ਕਿ ਬੜੀ ਟਾਈਟ ਰੇਸ ਜਿਹੜੀ ਆ ਚੱਲ ਰਹੀ ਆ। ਔਰ ਅਖੀਰਲੇ ਦਿਨ ਤੱਕ ਕੋਸ਼ਿਸ਼ ਕੀਤੀ ਗਈ ਵੀ ਜਿਹੜੇ ਵੋਟਰ ਆ ਉਹ ਆਪਣੀ ਵੋਟ ਪਾਉਣ ਜ਼ਰੂਰ ਜਾਣ, ਕਿਉਂਕਿ ਅਕਸਰ ਜਿਹੜੀਆਂ ਹੁੰਦੀਆਂ ਨੇ ਮਿਊਨਿਸਪਲ ਚੋਣਾਂ ਉਹਦੇ ਵਿੱਚ ਬਹੁਤ ਘੱਟ ਪਰਸੈਂਟੇਜ ਜਿਹੜੀ ਆ ਲੋਕਾਂ ਦੀ ਜਾਂਦੀ ਆ ਜੀ ਵੋਟ ਪਾਉਣ। ਇੱਕ ਉਹਦਾ ਕਾਰਨ ਇਹ ਵੀ ਸੀ ਕਿ ਫੈਡਰਲ ਇਲੈਕਸ਼ਨ ਥੋੜ੍ਹਾ ਚਿਰ ਪਹਿਲਾਂ ਹੋ ਕੇ ਹਟੀ ਆ ਅਤੇ ਲੋਕਾਂ ਨੂੰ ਜਿਵੇਂ ਫਟੀਗ ਹੋ ਜਾਂਦੀ ਆ, ਇਸ ਤਰ੍ਹਾਂ ਦੀ ਗੱਲ। ਪਰ ਕੱਲ੍ਹ ਰਾਤੀ ਫਿਰ ਉਸ ਵੇਲੇ ਲੋਕਾਂ ਦੇ ਵਿੱਚ ਖੁਸ਼ੀ ਜਿਹੜੀ ਆ ਜੀ ਉਹਦੀ ਲਹਿਰ ਦੌੜ ਗਈ ਜਿੱਦਾਂ ਜਿੱਦਾਂ ਨੰਬਰ ਆਉਣੇ ਸ਼ੁਰੂ ਹੋਏ। ਤੇ ਅਮਰਜੀਤ ਸੋਹੀ ਹੋਰਾਂ ਨੇ ਕਾਫੀ ਵੱਡੀ ਲੀਡ ਜਦੋਂ ਉਹਨਾਂ ਨੇ ਬਣਾ ਲਈ ਤੇ CBC ਵਾਲਿਆਂ ਨੇ ਉਹਨਾਂ ਨੂੰ ਡਿਕਲੇਅਰ ਕਰ ਦਿੱਤਾ ਕਿ ਉਹ ਮੇਅਰ ਬਣ ਗਏ। ਇਸੇ ਤਰ੍ਹਾਂ ਕੈਲਗਰੀ ਤੋਂ ਵੀ ਜੋਤੀ ਗੌਂਡੈਕ ਨਾਂ ਦੀ ਇੱਕ ਔਰਤ ਜਿਹੜੀ ਜੀ ਜਿਹਨੇ PhD ਕੀਤੀ ਹੋਈ ਆ, ਉਹ ਵੀ ਉੱਥੋਂ ਪੰਜਾਬਣ ਆ, ਵੈਸੇ ਮੂਲ ਉਹਦਾ ਪੰਜਾਬੀ ਆ, ਔਰ ਉਹ ਕੈਲਗਰੀ ਸ਼ਹਿਰ ਤੋਂ ਮੇਅਰ ਬਣੀ ਆ। ਸੋ ਦੋਨੋਂ ਜਿਹੜੇ ਵੱਡੇ ਸ਼ਹਿਰ ਆ ਅਲਬਰਟਾ ਦੇ, ਉਹਨਾਂ ਵਿੱਚ ਜਿਹੜੇ ਦੋ ਪੰਜਾਬੀ ਮੂਲ ਦੇ ਵਿਅਕਤੀ ਆ ਜਿਹੜੇ ਮੇਅਰ ਬਣਿਆ। ਇਸ ਗੱਲ ਦੀ ਸਾਰਿਆਂ ਨੂੰ ਹੀ ਬਹੁਤ ਖੁਸ਼ੀ ਆ ਔਰ ਮੁਬਾਰਕ ਹੈ। ਆਸ ਕਰਦੇ ਹਾਂ ਕਿ ਜਿਹੜਾ ਦਰਅਸਲ ਚੁਣੇ ਤਾਂ ਉਹ ਸਾਰੇ ਲੋਕਾਂ ਵੱਲੋਂ ਗਏ ਨੇ, ਇਹ ਇਕੱਲਾ ਪੰਜਾਬੀਆਂ ਨੇ ਨਹੀਂ ਉਹਨਾਂ ਨੂੰ ਚੁਣਿਆ, ਔਰ ਸਾਰੇ ਲੋਕਾਂ ਦਾ ਹੁਣ ਇਹ ਜਿਹੜੇ ਸ਼ਹਿਰ ਆ ਇਹਨਾਂ ਨੂੰ ਵਧੀਆ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਗੇ। ਪਰ ਜਿਹੜੇ ਉਹਨਾਂ ਦੇ ਸਪੋਰਟਰ ਆ, ਰਾਤੀ ਉਹਨਾਂ ਦੇ ਨਾਲ ਗੱਲਬਾਤ ਹੋਈ ਜੀ ਜਦੋਂ ਉਹ ਇਕੱਠੇ ਹੋਏ ਨੇ, ਰਿਜ਼ਲਟ ਆਏ ਆ, ਔਰ ਉਹਨਾਂ ਨੇ ਆਪਣੇ ਖੁਸ਼ੀ ਦਾ ਇਜ਼ਹਾਰ ਕੁਝ ਇਸ ਤਰ੍ਹਾਂ ਪ੍ਰਗਟ ਕੀਤਾ। I am so proud of him. He is such a good man. He is probably the only person in the whole wide world I could do this amount of work for. And I just cannot wait to see the great things that he is able to accomplish for this city. ਹਾਂਜੀ ਵੜੈਚ ਸਾਹਿਬ, ਅੱਜ ਸੋਹੀ ਸਾਹਿਬ ਜਿੱਤ ਗਏ ਨੇ, ਮੇਅਰ ਬਣ ਗਏ ਐਡਮਿੰਟਨ ਸ਼ਹਿਰ ਦੇ। ਕਿਸ ਤਰ੍ਹਾਂ ਮਹਿਸੂਸ ਕਰ ਰਹੇ ਤੁਸੀਂ ਸਾਰੇ? ਧੰਨਵਾਦ ਸਾਰੇ ਵਾਸੀਆਂ ਦਾ, ਬਹੁਤ ਵੱਡੀ ਖੁਸ਼ੀ ਵਾਲੀ ਗੱਲ ਆ ਜੀ, ਬਹੁਤ ਮਾਣ ਵਾਲੀ ਗੱਲ ਆ। ਸਾਡੇ ਸਾਹਿਬ ਸ਼ਹਿਰ ਤੋਂ ਮੇਅਰ ਬਣੇ, ਸੋ ਨਾਈਸ। ਯਾ ਵੀ ਆਰ ਪ੍ਰਾਊਡ ਆਫ ਹਿਮ। ਉਹਨੇ ਬੜਾ ਕੰਮ ਕੀਤਾ ਹੈ ਸੋਹੀ ਸਾਹਿਬ ਨੇ ਆਪਣੇ ਇਲਾਕੇ ਦੇ ਵਿੱਚ, ਔਰ ਡਿਜ਼ਰਵ ਵੀ ਕਰਦੇ ਸੀ, ਔਰ ਉਹਦੇ ਨਾਲ ਆਪਣੀ ਕਮਿਊਨਿਟੀ ਨੂੰ ਹੋਰ ਵੀ ਹੌਸਲਾ ਮਿਲ ਰਿਹਾ। ਐਂਡ ਵੀ ਆਰ ਥੈਂਕਫੁਲ ਟੂ ਦਾ ਗॉड ਐਂਡ ਫॉर ਦਾ ਪਬਲਿਕ ਆਫ ਦਾ ਕੰਟਰੀ। ਥੈਂਕ ਯੂ। We are proud of Sohi Saab and we are proud of ourselves, like our brother is a mayor, so he made our respect more in this city. ਹਾਂਜੀ, ਅੱਜ ਕੈਨੇਡਾ ਦੀ ਧਰਤੀ ਦੇ ਨਵਾਂ ਸਰਜਤਾ ਇਤਿਹਾਸ ਸਰਜਤਾ, ਇਹਦੇ ਕਰਕੇ ਸੋਹੀ ਸਾਹਿਬ ਬਹੁਤ ਪ੍ਰਾਊਡ ਆ ਸਾਨੂੰ। ਜਿਹੜੇ ਲੋਕਾਂ ਨੇ ਉਹਦੀ ਹੈਲਪ ਕਰਕੇ ਵੋਟਾਂ ਪਾ ਕੇ ਕਾਮਯਾਬ ਕੀਤਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਸਾਰੀ ਕਮਿਊਨਿਟੀ ਦੀ ਬਹੁਤ ਬਹੁਤ ਵਧਾਈਆਂ, ਸਿਟੀ ਗਵਰਨਮੈਂਟ ਨੂੰ ਬਹੁਤ ਬਹੁਤ ਵਧਾਈਆਂ ਨਵੇਂ ਮੇਅਰ ਹੋਣ ਦੀ। ਇਹ ਸਾਡੀ ਕਮਿਊਨਿਟੀ ਦਾ ਮਾਣ ਹੈ, ਅਸੀਂ ਸਾਰੇ ਇਕੱਠੇ ਹਾਂ। ਵੀ ਆਰ ਡੂਇੰਗ ਫॉर ਗੁੱਡ। ਬੱਲੇ 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 ਬੱਲੇ, ਸ਼ਹਿਰ ਦਾ ਮਾਣ। ਆਹ ਜਿਹੜਾ ਗੱਲ ਸ਼ਹਿਰ ਦਾ ਬਹੁਤ ਸੰਗਰੂਰ ਡਿਸਟ੍ਰਿਕਟ ਸ਼ਹਿਰ ਦਾ ਗੁੱਡ ਕੰਮ ਕਰਦੇ ਆ। ਹਾਂਜੀ, ਸੰਗਰੂਰ ਡਿਸਟ੍ਰਿਕਟ ਸਾਡਾ ਜ਼ਿਲ੍ਹਾ ਸੰਗਰੂਰ, ਇਹ ਸ਼ਹਿਰ ਦੇ ਬਹੁਤ ਗੁੱਡ ਕੰਮ ਕਰਨਗੇ। ਸਾਡੀ ਲਈ ਤਾਂ ਚੱਲ ਸਰ ਬੋਨਸ ਹੀ ਹੈ ਜਿਹੜਾ। ਅਸੀਂ ਅੱਜ ਬਹੁਤ ਮਾਣ ਮਹਿਸੂਸ ਕਰਦੇ ਹਾਂ। ਇੱਕ ਉੱਚੀ ਤੇ ਸੁੱਚੀ ਸੋਚ ਪੰਜਾਬੀਆਂ ਦੀ, ਪਰਮਾਤਮਾ ਕਰੇ ਘਰ ਘਰ ਇਦਾਂ ਦੇ ਬੱਚੇ ਪੈਦਾ ਹੋਣ, ਜਿਹੜੀ ਉੱਚੀ ਤੇ ਸੁੱਚੀ ਸੋਚ
ਪੰਜਾਬੀਆਂ ਦਾ ਨਾਂ ਦੁਨੀਆ 'ਚ ਰੋਸ਼ਨ ਹੋਵੇ, ਜੋ ਕਿ ਸਾਨੂੰ ਆਪਣੇ ਘਰ ਨਹੀਂ ਮਿਲਿਆ, ਅਸੀਂ ਇਸ ਦੇਸ਼ ਦੇ ਵਿੱਚ ਆ ਕੇ ਆਜ਼ਾਦੀ ਮਾਣ ਸਕੀਏ। ਤੇ ਆਜ਼ਾਦੀ ਦਾ ਪ੍ਰਤੀਕ ਜਿਹੜਾ ਦੁਨੀਆ ਦੇ ਵਿੱਚ ਸਹੀ ਡੈਮੋਕ੍ਰੇਸੀ ਆ, ਉਹਦੇ ਅਸੀਂ ਹਿੱਸੇਦਾਰ ਬਣ ਸਕੀਏ। ਅਸੀਂ ਤਾਂ ਬਹੁਤ ਜ਼ਿਆਦਾ ਖੁਸ਼ ਹਾਂ। ਪਹਿਲੀ ਵਾਰੀ ਲੱਗਦਾ ਸ਼ਾਇਦ ਕੈਨੇਡਾ 'ਚ ਹੀ ਉਹਨਾਂ ਨੇ ਇਤਿਹਾਸ ਬਣਾਤਾ ਵੀ ਪੰਜਾਬੀ ਮੇਅਰ ਬਣੇ ਨੇ। ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ, ਬਹੁਤ ਮਾਣ ਮਹਿਸੂਸ ਕਰ ਰਹੇ ਹਾਂ। ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ, ਮੇਰੇ ਕੋਲ ਸ਼ਬਦ ਨਹੀਂ ਹੈਗੇ ਕਹਿਣ ਨੂੰ ਵੀ ਮੈਨੂੰ ਬਹੁਤ ਖੁਸ਼ੀ ਆ ਵੀ ਸਾਡੇ ਭਾਈਚਾਰੇ ਦਾ ਬੰਦਾ ਅੱਜ ਮੇਅਰ ਬਣਿਆ ਹੈ। ਇਸ ਗੱਲ ਤੋਂ ਇਲਾਵਾ ਕੋਈ ਹੋਰ ਤੁਸੀਂ ਆਖਣਾ ਚਾਹੋਗੇ ਅਮਰਜੀਤ ਸੋਹੀ ਹੋਰਾਂ ਬਾਰੇ? ਹਾਂਜੀ, ਇਹ ਆ ਵੀ ਜਿੰਨੇ ਉਹਨਾਂ ਨੇ ਹੁਣ ਤੱਕ ਕੰਮ ਕੀਤੇ ਨੇ, ਲੋਕਾਂ ਨੇ ਉਹਨਾਂ ਦੇ ਕੰਮਾਂ ਦਾ ਜਿਵੇਂ ਰਿਜ਼ਲਟ ਦਿੱਤਾ ਉਹਨਾਂ ਨੂੰ, ਜਿੰਨਾ ਹੁਣ ਤੱਕ ਉਹਨਾਂ ਨੇ ਐਡਮਿੰਟਨ ਲਈ ਆਪਣੇ ਸ਼ਹਿਰ ਲਈ ਕੀਤਾ, ਲੋਕਾਂ ਨੂੰ ਪਤਾ ਸੀ ਉਹਨਾਂ ਦੇ ਐਕਸਪੀਰੀਅੰਸ ਨੂੰ, ਉਹਨਾਂ ਦੇ ਕੰਮਾਂ ਨੂੰ, ਉਹਨਾਂ ਦਾ ਫਲ ਮਿਲਿਆ ਉਹਨਾਂ ਨੂੰ। ਐਡਮਿੰਟਨ ਲਈ ਗੱਲ ਇਹ ਆ, ਮੇਰੇ ਹਿਸਾਬ ਦੇ ਨਾਲ ਤਾਂ ਹੀ ਵਾਸ ਦਾ ਬੈਸਟ ਕੈਂਡੀਡੇਟ। ਜਿਵੇਂ ਆਪਣੀ ਸਾਰੇ ਉਹ ਕਹਿੰਦਾ ਸਾਰੇ ਨੂੰ ਨਾਲ ਰਲਾ ਕੇ ਮੈਂ ਸਾਰੇ ਦੇ ਨਾਲ ਕੰਮ ਕਰੂੰਗਾ, ਨਾ ਕਿ ਕੋਈ ਡਿਵੀਜ਼ਨ ਕਰੂੰਗਾ। ਇਹੋ ਜਿਹੇ ਆਪਾਂ ਨੂੰ ਮੇਅਰ ਚਾਹੀਦੇ ਸੀ। ਲੁਕਿੰਗ ਐਟ ਦਾ ਹੋਲ ਜਿਹੜੇ ਸੀਗੇ ਆਪਣੇ ਮੇਅਰ, ਉਹਨਾਂ 'ਚੋਂ ਬੈਸਟ ਕੈਂਡੀਡੇਟ ਆਪਾਂ ਨੂੰ ਸਾਰਿਆਂ ਨੂੰ ਯੂਨਾਈਟ ਕਰਨ ਨੂੰ, ਤੇ ਦੂਸਰੀ ਗੱਲ ਆਪਣੇ ਸ਼ਹਿਰ ਲਈ ਗਾਹਾਂ ਫੈਡਰਲ ਗਵਰਨਮੈਂਟ ਦੇ ਨਾਲ ਕੰਟੈਕਟ ਕਰਨ ਨੂੰ, ਫੈਡਰਲ ਗਵਰਨਮੈਂਟ ਤੋਂ ਜੋ ਵੀ ਉਹ ਕਰ ਸਕਦਾ, ਮੇਰਾ ਹਿਸਾਬ ਦੇ ਨਾਲ ਉਹ ਵੱਧ ਤੋਂ ਵੱਧ ਆਪਣੇ ਸ਼ਹਿਰ ਦੀ ਹੈਲਪ ਕਰ ਸਕਦਾ। ਵੈਸੇ ਸੋਚੀ ਵੀ ਸੀ, ਪਰ ਜਦੋਂ ਕੋ 10ਵੀਂ ਕਲਾਸ ਵਿੱਚ ਪੜ੍ਹਦਾ ਸੀ ਮੇਰੇ ਕੋਲ, ਉਦੋਂ ਮੈਨੂੰ ਐਂ ਲੱਗਦਾ ਸੀ ਵੀ ਇਹ ਕੁਝ ਕਰੂਗਾ ਜੀ, ਪਰ ਮੈਨੂੰ ਕਰਕੇ ਦਿਖਾਤਾ। ਅੱਜ ਕਿੱਦਾਂ ਮਹਿਸੂਸ ਕਰ ਰਹੇ ਜਦੋਂ ਮੇਅਰ ਬਣਿਆ? ਅੱਜ ਤਾਂ ਮੈਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਨੂੰ ਇੰਨੀ ਖੁਸ਼ੀ ਹੋ ਰਹੀ ਹੈ ਵੀ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦੀ। So how do you feel about the win of Sohi today? Oh, we're so excited and so proud of our Chacha. Congratulations. Yeah, we feel great. Yeah. Amazing. This is amazing. Yeah. Have you ever thought that one day the mayor of the city will be Amarjit Sohi? Yes, why not? He's such a wonderful person and just so perfect for this job. He loves the city. We're so proud and so excited for him, and he's going to do amazing things. Absolutely. I definitely thought he could win and do very No, good. that's just after the election you thought that he's going to be the mayor. But did you ever before, in the days when you guys were young, you ever thought that somebody will be the mayor of the city? You know, I guess we never really thought of it, but it's like, Tommy, you've known him forever. I have no words today, so I'm so proud of him. Okay. He's a great person, like me. But yeah, you know, it is pretty amazing. Like, you wouldn't think that somebody who came from where he came from could be in the position he is today. It's truly the Canadian dream, right? ਇਹ ਅੱਜ ਅਮਰਜੀਤ ਸੋਹੀ ਹੋਰੀ ਵਿਨ ਕੀਤੇ ਨੇ, ਮੇਅਰ ਬਣੇ ਆ ਸ਼ਹਿਰ ਦੇ। ਹਾਊ ਡੂ ਯੂ ਫੀਲ ਅਬਾਊਟ ਇਟ? We're so proud. He's so deserving, so caring of a person, and he's just an amazing man. So we know he's going to do so well with this role. Do you think he will be the best mayor for the city? Yes, he is. He's got so much family and friends supporting him, so they're always going to make sure he's always doing the right thing, and he's so smart, so kind that he'll know what to do. So if you have to count some qualities of him for which he is known, just let me know. He's charismatic. He's very empathetic. He's just so kind, so humble. Humble is the biggest quality that he has. Thank you. Thank you. ਸੋ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।